किताब विपरण की रीत तो सच दा मार्ग भाग 8वां। लेखक सरदार गुरबख्श सिंह काला अफगाना। 9वें कांड का 8वां भाग ਅੰਮ੍ਰਿਤ रस। 9वां भाग हर रस राम रस अथवा नाम रस। 10वां भाग प्रेम रस। 11वां भाग आनंद पया मेरी माए। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। उचरों राम नाम लख बारी ਅੰਮ੍ਰਿਤ रस पीवो प्रभ प्यारी। सूख सहज रस महा आनंदा जप जप जीवे परमानंदा। पन्ना 194। अर्थ हे प्यारी जीभ, ਲੱਖਾਂ ਵਾਰੀ ਪਰਮਾਤਮਾ ਦਾ ਨਾਮ ਉਚਰਦੀ ਰਹੋ ਤੇ ਪਰਮਾਤਮਾ ਦਾ ਆਤਮਿਕ ਜੀਵਨ ਵਾਲਾ ਨਾਮ ਰਸ ਪੀਂਦੀ ਰਹੋ। हे ਭਾਈ, ਜਿਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਿਕ ਆਨੰਦ ਦੇ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ, ਉਹ ਆਤਮਿਕ ਜੀਵਨ ਹਾਸਲ ਕਰ ਲੈਂਦੇ ਹਨ। ਉਹਨਾਂ ਦੇ ਅੰਦਰ ਆਤਮਿਕ ਅਡੋਲਤਾ ਦੇ ਵੱਡੇ ਸੁੱਖ ਆਨੰਦ ਬਣੇ ਰਹਿੰਦੇ ਹਨ। ਹਉ ਪਾਪੀ ਪਤਿਤ ਪਰਮ ਪਖੰਡੀ ਤੂੰ ਨਿਰਮਲ ਨਿਰੰਕਾਰੀ। ਅੰਮ੍ਰਿਤ ਚਾਖ ਪਰਮ ਰਸ ਰਾਤੇ ਠਾਕੁਰ ਸ਼ਰਨ ਤੁਮਾਰੀ। ਪੰਨਾ 596। ਅਰਥ ਇਹ ਮੇਰੇ ਠਾਕੁਰ, ਮੈਂ ਵਿਕਾਰੀ ਹਾਂ, ਸਦਾ ਵਿਕਾਰਾਂ ਵਿੱਚ ਹੀ ਡਿੱਗਿਆ ਰਹਿੰਦਾ ਹਾਂ, ਬੜਾ ਹੀ ਪਾਖੰਡੀ ਹਾਂ। ਤੂੰ ਪਵਿੱਤਰ ਨਿਰੰਕਾਰ ਹੈ। ਇਤਨੀ ਭਾਰੀ ਵਿੱਥ ਹੁੰਦਿਆਂ ਮੈਂ ਤੇਰੇ ਚਰਨਾਂ ਵਿੱਚ ਕਿਵੇਂ ਪਹੁੰਚਾਂ? ਪਰ ਤੂੰ ਸ਼ਰਨ ਪਏ ਦੀ ਲਾਜ ਰੱਖਣ ਵਾਲਾ ਹੈ। ਜਿਹੜੇ ਬੰਦੇ ਤੇਰੀ ਸ਼ਰਨ ਪੈਂਦੇ ਹਨ, ਉਹ ਅਟਲ ਆਤਮਿਕ ਜੀਵਨ ਦੇਣ ਵਾਲਾ ਤੇਰਾ ਨਾਮ ਰਸ ਚੱਖ ਕੇ ਉਸ ਸਭ ਤੋਂ ਉੱਚੇ ਰਸ ਵਿੱਚ ਮਸਤ ਰਹਿੰਦੇ ਹਨ। ਰਸ ਭਿੰਨੜੇ ਆਪਣੇ ਰਾਮ ਸੰਗੇ ਸੇ ਲੋਇਣ ਨੀਕੇ ਰਾਮ। ਪ੍ਰਭ ਪੇਖਤ ਇੱਛਾ ਪੁੰਨੀਆਂ ਮਿਲ ਸਾਜਨ ਜੀ ਕੇ ਰਾਮ। ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਫੀਕੇ ਰਾਮ। ਨਾਨਕ ਜਲ ਜਲੇ ਸਮਾਇਆ ਜੋਤੀ ਜੋਤ ਮੀਕੇ ਰਾਮ। ਪੰਨਾ 848। ਅਰਥ ਹੈ ਭਾਈ, ਉਹ ਅੱਖਾਂ ਸੋਹਣੀਆਂ ਹਨ ਜਿਹੜੀਆਂ ਪ੍ਰਮਾਤਮਾ ਦੇ ਨਾਮ ਰਸ ਨਾਲ ਭਿੱਜੀਆਂ ਰਹਿੰਦੀਆਂ ਹਨ। ਹੈ ਭਾਈ, ਜਿੰਦ ਦੇ ਸੱਜਣ ਪ੍ਰਭੂ ਨੂੰ ਮਿਲ ਕੇ ਪ੍ਰਭੂ ਦਾ ਦਰਸ਼ਨ ਕਰਦਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ। ਜਿਸ ਮਨੁੱਖ ਨੇ ਪ੍ਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪ੍ਰਾਪਤ ਕਰ ਲਿਆ, ਉਸ ਨੂੰ ਮਾਇਆ ਦੇ ਸਾਰੇ ਸਵਾਦ ਫਿੱਕੇ ਜਾਪਦੇ ਹਨ। ਇਹ ਨਾਨਕ, ਨਾਮ ਰਸ ਪ੍ਰਾਪਤ ਕਰ ਲੈਣ ਵਾਲੇ ਦੀ ਜਿੰਦ ਪ੍ਰਮਾਤਮਾ ਦੀ ਜੋਤ ਵਿੱਚ ਇਉਂ ਇੱਕਮੁੱਖ ਹੋ ਜਾਂਦੀ ਹੈ ਜਿਵੇਂ ਪਾਣੀ ਵਿੱਚ ਪਾਣੀ ਰਲ ਜਾਂਦਾ ਹੈ। ਨਾਮ ਨਿਧਾਨ ਧਿਆਏ ਮਨ ਅਟਲ ਤਾਂ ਛੂਟੇ ਮਾਇਆ ਕੇ ਪਟਲ। ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ। ਪੰਨਾ 891। ਅਰਥ ਹੈ ਮਨ, ਪਰਮਾਤਮਾ ਦਾ ਨਾਮ ਕਦੇ ਨਾ ਮੁੱਕਣ ਵਾਲਾ ਖਜ਼ਾਨਾ ਹੈ। ਇਸ ਨੂੰ ਸਿਮਰਦਾ ਰਹੋ, ਤਦੋਂ ਹੀ ਤੇਰੇ ਮਾਇਆ ਦੇ ਮੋਹ ਦੇ ਪਰਦੇ ਪਾਟਣਗੇ। ਹੈ ਮਨ, ਗੁਰੂ ਦਾ ਸ਼ਬਦ ਆਤਮਿਕ ਜੀਵਨ ਦੇਣ ਵਾਲਾ ਰਸ ਹੈ। ਇਸ ਨੂੰ ਪੀਂਦਾ ਰਹੋ, ਤਦੋਂ ਹੀ ਤੇਰੀ ਜਿੰਦ ਪਵਿੱਤਰ ਹੋਵੇਗੀ। ਭਾਗ 9ਵਾਂ ਹਰ ਰਸ ਰਾਮ ਰਸ ਅਥਵਾ ਨਾਮ ਰਸ। ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ। ਪੰਨਾ 337। ਅਰਥ ਹੈ ਭਾਈ, ਗੁਰਮੁਖ ਪਰਮਾਤਮਾ ਦੇ ਨਾਮ ਦਾ ਰਸ ਪੀਂਦੇ ਹਨ ਅਤੇ ਉਸ ਰਸ ਦੀ ਬਰਕਤ ਨਾਲ ਹੋਰ ਸਾਰੇ ਚਸਕੇ ਉਹਨਾਂ ਦੇ ਵਿਸਰ ਜਾਂਦੇ ਹਨ। ਆਨ ਰਸਾ ਜੇਤੇ ਤੈਂ ਚਾਖੇ ਨਿਮਖ ਨ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖੇ ਸਾਧ ਚਾਖਤ ਹੋਏ ਰਹੇ ਬਿਸਮਾਦ। ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ। ਪੰਨਾ 180। ਅਰਥ ਹੈ ਮੇਰੀ ਪਿਆਰੀ ਜੀਭ, ਤੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀ। ਜਿਹੜੀ ਜੀਭ ਇਸ ਨਾਮ ਰਸ ਵਿੱਚ ਮਸਤ ਹੋ ਜਾਂਦੀ ਹੈ, ਉਹ ਹੋਰ ਰਸਾਂ ਵੱਲੋਂ ਸੰਤੁਸ਼ਟ ਹੋ ਜਾਂਦੀ ਹੈ। ਹੈ ਮੇਰੀ ਜੀਭ, ਪਰਮਾਤਮਾ ਦੇ ਨਾਮ ਰਸ ਤੋਂ ਬਿਨਾਂ ਹੋਰ ਜਿਤਨੇ ਵੀ ਰਸ ਤੂੰ ਚੱਖਦੀ ਹੈ, ਉਹਨਾਂ ਨਾਲ ਤੇਰੀ ਤ੍ਰਿਸ਼ਨਾ ਅੱਖ ਦੇ ਝਮਕਣ ਸਮੇਂ ਤੱਕ ਵੀ ਦੂਰ ਨਹੀਂ ਹੁੰਦੀ। ਜੇ ਤੂੰ ਪਰਮਾਤਮਾ ਦੇ ਨਾਮ ਰਸ ਦਾ ਸਵਾਦ ਚੱਖੇ, ਚੱਖਦਿਆਂ ਹੀ ਤੂੰ ਉਸ ਵਿੱਚ ਮਸਤ ਹੋ ਜਾਏ। ਹਰ ਗੁਰ ਗਿਆਨ ਹਰ ਰਸ ਹਰ ਪਾਇਆ। ਮਨ ਹਰ ਰੰਗ ਰਾਤਾ ਹਰ ਰਸ ਪੀ ਆਇਆ। ਹਰ ਹਰ ਨਾਮ ਮੁਖ ਹਰ ਹਰ ਬੋਲੀ। ਮਨ ਹਰ ਰਸ ਟੁਲ ਟੁਲ ਪਾਉਂਦਾ ਜੀਓ। ਪੰਨਾ 95। ਜਿਤਨੀ ਭੂਖ ਅਨ ਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੈ। ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੈ। ਜਾਂ ਨਾਨਕ
ਹਰ ਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੈ। ਪੰਨਾ 167। ਅਰਥ ਹੋਰ ਰਸਾਂ ਦੀ, ਹੋਰ ਸਵਾਦਾਂ ਦੀ ਜਿਤਨੀ ਵੀ ਤ੍ਰਿਸ਼ਨਾ ਮਨੁੱਖ ਨੂੰ ਲੱਗਦੀ ਹੈ, ਜਿਉਂ-ਜਿਉਂ ਰਸ ਸਵਾਦ ਮਾਣੀਦੇ ਹਨ, ਉਤਨੀ ਹੀ ਵਧੇਕ ਤ੍ਰਿਸ਼ਨਾ ਮੁੜ ਲੱਗਦੀ ਜਾਂਦੀ ਹੈ। ਮਾਇਕ ਰਸਾਂ ਵੱਲੋਂ ਮਨੁੱਖ ਕਦੇ ਵੀ ਰੱਜਦਾ ਨਹੀਂ। ਜਿਸ ਮਨੁੱਖ ਉੱਤੇ ਪ੍ਰਮਾਤਮਾ ਆਪ ਕਿਰਪਾ ਕਰਦਾ ਹੈ, ਉਹ ਮਨੁੱਖ ਗੁਰੂ ਅੱਗੇ ਆਪਣਾ ਸਿਰ ਵੇਚ ਦਿੰਦਾ ਹੈ। ਉਹ ਆਪਣਾ ਆਪ ਗੁਰੂ ਦੇ ਹਵਾਲੇ ਕਰਦਾ ਹੈ। ਇਹ ਦਾਸ ਨਾਨਕ, ਉਹ ਮਨੁੱਖ ਪ੍ਰਮਾਤਮਾ ਦੇ ਨਾਮ ਰਸ ਨਾਲ ਰੱਜ ਜਾਂਦਾ ਹੈ। ਉਸ ਨੂੰ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ। ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰ ਰਸ ਭਾਵੈ ਬਿਰਲਾ ਕੋਏ। ਜਿਨ ਚਾਖਿਆ ਸੇ ਜੰਤਰ ਪਤਾਨੇ, ਪੂਰਨ ਪੁਰਖ ਨਹੀਂ ਢੋਲਾਨੇ। ਪੰਨਾ 299। ਅਰਥ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਬੜਾ ਸੁੱਖ ਹੁੰਦਾ ਹੈ, ਪਰ ਕੋਈ ਬਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸਵਾਦ ਚੱਖਦਾ ਹੈ। ਜਿਨ੍ਹਾਂ ਨੇ ਨਾਮ ਰਸ ਚੱਖਿਆ ਹੈ, ਉਹ ਮਨੁੱਖ ਮਾਇਆ ਵੱਲੋਂ ਰੱਜ ਗਏ ਹਨ। ਉਹ ਪੂਰਨ ਮਨੁੱਖ ਬਣ ਗਏ ਹਨ, ਕਦੇ ਮਾਇਆ ਦੇ ਲਾਹੇ ਘਾਟੇ ਵਿੱਚ ਡੋਲਦੇ ਨਹੀਂ। ਗੁਣ ਨਿਦਾਨ ਮੇਰਾ ਪ੍ਰਭ ਕਰਤਾ, ਉਸਤਤ ਕੌਣ ਕਰੀਜੈ ਰਾਮ। ਸੰਤਾਂ ਕੀ ਬੇਨਤੀ ਸੁਆਮੀ, ਨਾਮ ਮਹਾਰਸ ਦੀਜੈ। ਆਰਾਮ ਦੀਜੈ ਦਾਨ ਕੀਜੈ, ਬਿਸਰ ਨਾਹੀ ਇੱਕ ਖਿਨੋ। ਗੁਣ ਗੋਪਾਲ ਉਚਰ ਰਸਨਾ, ਸਦਾ ਗਾਈਏ ਅਨ ਦਿਨੋ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਭੀਜੈ। ਬਿਨਵੰਤ ਨਾਨਕ ਇੱਛ ਪੁੰਨੀ, ਪੇਖ ਦਰਸ਼ਨ ਜੀਜੈ। ਪੰਨਾ 784। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰਸ ਪੱਲੇ ਨਾ ਪਾਏ। ਹਰਸ ਪਾਏ ਪੱਲੇ ਪੀਏ, ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੇ ਆਏ। ਇਹ ਹਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨ ਆਏ। ਪੰਨਾ 921। ਭਾਗ 10ਵਾਂ। ਪ੍ਰੇਮ ਰਸ। ਭਾਈ ਰੇ ਭਵਜਲ ਬਿਖਮ ਡਰਾਓ, ਪੂਰਾ ਸਤਿਗੁਰ ਰਸ ਮਿਲੇ ਗੁਰ ਤਾਰੇ ਹਰਿ ਨਾਉ। ਪੰਨਾ 63। ਅਰਥ ਹੈ ਭਾਈ, ਇਹ ਸੰਸਾਰ ਸਮੁੰਦਰ ਬੜਾ ਡਰਾਉਣਾ ਹੈ ਤੇ ਤਰਨਾ ਔਖਾ ਹੈ। ਜਿਸ ਮਨੁੱਖ ਨੂੰ ਪੂਰਾ ਗੁਰੂ ਪ੍ਰੇਮ ਨਾਲ ਮਿਲਦਾ ਹੈ, ਉਸ ਨੂੰ ਉਹ ਗੁਰੂ ਪਰਮਾਤਮਾ ਦਾ ਨਾਮ ਦੇ ਕੇ ਇਸ ਸਮੁੰਦਰ ਵਿੱਚੋਂ ਪਾਰ ਲੰਘਾ ਲੈਂਦਾ ਹੈ। ਉਦਮ ਕਰਤ ਸ਼ੀਤਲ ਮਨ ਪਏ, ਮਾਰਗ ਚਲਤ ਸਗਲ ਦੁਖ ਗਏ। ਨਾਮ ਜਪਤ ਮਨ ਭਏ ਆਨੰਦ, ਰਸ ਗਾਏ ਗੁਣ ਪਰਮਾਨੰਦ। ਪੰਨਾ 201। ਇਹ ਭਾਈ, ਸਾਧ ਸੰਗਤ ਵਿੱਚ ਜਾਣ ਦਾ ਉਦਮ ਕਰਦਿਆਂ ਮਨੁੱਖ ਸ਼ਾਂਤ ਚਿੱਤ ਹੋ ਜਾਂਦੇ ਹਨ। ਸਾਧ ਸੰਗਤ ਦੇ ਰਾਹ ਉੱਤੇ ਤੁਰਦਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਪੋ ਨਹੀਂ ਸਕਦੇ। ਇਹ ਭਾਈ, ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਦੇ ਗੁਣ ਪ੍ਰੇਮ ਨਾਲ ਗਾਵਿਆਂ, ਪ੍ਰਭੂ ਦਾ ਨਾਮ ਜਪਿਆ ਮਨ ਵਿੱਚ ਆਨੰਦ ਹੀ ਆਨੰਦ ਪੈਦਾ ਹੋ ਜਾਂਦੇ ਹਨ। ਆਪ ਗਵਾਇਆ ਸੇਵਕ ਮਾਇਆ, ਗੁਰ ਰਸ ਰਸ ਗਾਵੇ। ਪੰਨਾ 407। ਅਰਥ ਇਹ ਭਾਈ, ਪ੍ਰਮਾਤਮਾ ਦੇ ਸੰਤ ਆਪਾ ਭਾਵ ਦੂਰ ਕਰਕੇ ਪ੍ਰਮਾਤਮਾ ਦੀ ਸੇਵਾ ਭਗਤੀ ਕਰਦੇ ਹਨ ਤੇ ਉਸ ਦੇ ਗੁਣ ਬੜੇ ਆਨੰਦ ਨਾਲ ਗਾਉਂਦੇ ਰਹਿੰਦੇ ਹਨ। ਰਸ ਰਸ ਗੁਣ ਗਾਵੋ ਠਾਕੁਰ ਕੇ, ਮੂਰੇ ਹਿਰਦੇ ਬਸੋ ਗੋਪਾਲ। ਪੰਨਾ 680। ਅਰਥ ਇਹ ਸ੍ਰਿਸ਼ਟੀ ਦੇ ਪਾਲਣਹਾਰ, ਮੇਰੇ ਹਿਰਦੇ ਵਿੱਚ ਆਵਸ, ਮੈਂ ਬੜੇ ਸਵਾਦ ਨਾਲ ਤੇਰੇ ਗੁਣ ਗਾਉਂਦਾ ਰਹਾ। ਆਤਮ ਰਸ ਜਿਹ ਜਾਣਿਆ, ਹਰ ਰੰਗ ਸਹਿਜੇ ਮਾਣ। ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ। ਪੰਨਾ 252। ਅਰਥ ਇਹ ਨਾਨਕ, ਜਿਹੜੇ ਬੰਦੇ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਦੀ ਯਾਦ ਦਾ ਸਵਾਦ ਹੀ ਮਾਣਦੇ ਹਨ, ਜਿਨ੍ਹਾਂ ਨੇ ਇਸ ਆਤਮਿਕ ਆਨੰਦ ਨਾਲ ਸਾਂਝ ਪਾਈ ਹੈ, ਉਹ ਭਾਗਾਂ ਵਾਲੇ ਹਨ। ਉਹਨਾਂ ਦਾ ਹੀ ਜਗਤ ਵਿੱਚ ਜੰਮਣਾ ਸਫਲ ਹੈ। ਸਭ ਰਸ ਤਿਨ ਕੈ ਹਿਰਦੇ ਹੈ, ਜਿਨ ਹਰ ਵਸਿਆ ਮਨ ਮਾਹੇ। ਹਰ ਦਰਗਾਹ ਤੇ ਮੁਖ ਉਜਲੇ, ਤਿਨ ਕੋ ਸਭ ਦੇਖਣ ਜਾਹੇ। ਪੰਨਾ 310। ਆਵੋ ਮੀਤ ਪਿਆਰੇ, ਮੰਗਲ ਗਾਵੋ ਨਾਰੇ। ਸੱਚ ਮੰਗਲ ਗਾਵੋ ਤਾਂ ਪ੍ਰਭ ਭਾਵੋ, ਸੋਹਿਲੜਾ ਜੁਗ ਚਾਰੇ। ਆਪਣੇ ਘਰ ਆਇਆ ਥਾਨ ਸੁਹਾਇਆ, ਕਾਰਜ ਸ਼ਬਦ ਸਵਾਰੇ। ਗਿਆਨ ਮਹਾਰਸ ਨੇਤਰੀ ਅੰਜਨ, ਤਿਰਭਵਨ ਰੂਪ ਦਿਖਾਇਆ। ਸਖੀ ਮਿਲੋ ਰਸ ਮੰਗਲ ਗਾਵੋ, ਹਮ ਕਰ ਸਾਜਨ ਆਇਆ। ਪੰਨਾ 764। ਆਨੰਦ ਅਥਵਾ ਆਨੰਦ। ਮਹਾਨ ਕੋਸ਼ ਅਨੁਸਾਰ ਆਨੰਦ ਦੇ ਅਰਥ ਹਨ ਖੁਸ਼ੀ, ਆਨੰਦ, ਸੂਖ, ਮੰਗਲ ਥਾਨ। ਬਿਲਾਵਲ ਮਹੱਲਾ ਪੰਜਵਾਂ। ਨੰਬਰ 2 ਸੁਖ।
ਨੰਬਰ 3 ਦੇਖੋ ਅਣਦ। ਅਣਦ ਡਿੰਗਲ ਭਾਸ਼ਾ ਅਰਥਾਤ ਰਾਜਪੂਤਾਨੇ ਦੀ ਉਹ ਭਾਸ਼ਾ ਜਿਸ ਵਿੱਚ ਭੱਟ, ਚਾਰਣ ਆਦਿ ਕਵਿਤਾ ਲਿਖਿਆ ਕਰਦੇ ਸਨ ਦਾ ਸ਼ਬਦ ਹੈ। ਇਸ ਦਾ ਅਰਥ ਵੀ ਆਨੰਦ ਅਥਵਾ ਖੁਸ਼ੀ ਹੈ। ਆਨੰਦ ਦੇ ਅਰਥ ਹਨ ਖੁਸ਼ੀ, ਪ੍ਰਸੰਨਤਾ। ਮਿਟਿਆ ਸੋਗ ਮਹਾ ਆਨੰਦ ਥੀਆ। ਆਸਾ ਮਹੱਲਾ ਪੰਜਵਾਂ। ਰਾਗ ਰਾਮਕਲੀ ਵਿੱਚ ਖਾਸ ਬਾਣੀ ਜੋ ਤੀਜੇ ਸਤਿਗੁਰ ਜੀ ਨੇ ਮੋਰੀ ਜੀ ਦੇ ਪੁੱਤਰ ਦੇ ਜਨਮ ਸਮੇਂ ਸੰਮਤ 1611 ਵਿੱਚ ਉਚਾਰਨ ਕੀਤੀ ਅਤੇ ਪੋਤੇ ਦਾ ਨਾਮ ਆਨੰਦ ਰੱਖਿਆ। ਨੰਬਰ 3 ਗੁਰੂ ਅਮਰਦਾਸ ਜੀ ਦਾ ਪੋਤਾ। ਇਹ ਮਹਾਤਮਾ ਵੱਡੀ ਕਰਨੀ ਵਾਲਾ ਹੋਇਆ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਆਨੰਦ ਜੀ ਨੂੰ ਪਾਲਕੀ ਭੇਜ ਕੇ ਕੀਰਤਪੁਰ ਸਦਵਾਇਆ ਸੀ। ਉਹ ਪਾਲਕੀ ਹੁਣ ਗੋਇੰਦਵਾਲ ਸਾਹਿਬ ਮੌਜੂਦ ਹੈ। ਨੰਬਰ 4 ਸਿੱਖ ਧਰਮ ਅਨੁਸਾਰ ਵਿਆਹ ਸ਼ਾਦੀ ਦਾ ਨਾਮ ਵੀ ਆਨੰਦ ਬਾਣੀ ਕਰਕੇ ਹੀ ਹੈ। ਬਿਨਾਂ ਆਨੰਦ ਵਿਆਹ ਕੇ ਭੁਗਤੇ ਪਰ ਕੀ ਜੋਏ, ਮੇਰਾ ਸਿੱਖ ਨਾ ਸੋਏ। ਰਤਨਮਾਲਾ। ਆਨੰਦ ਬਾਣੀ ਹੋਰ ਮੰਗਲ ਕਾਰਜਾਂ ਵਿੱਚ ਵੀ ਪੜ੍ਹੀ ਜਾਂਦੀ ਹੈ। ਜੈਸੇ ਗੁਰੂ ਹਰਗੋਬਿੰਦ ਜੀ ਦੇ ਜਨਮ ਸਮੇਂ ਪਾਠ ਹੋਇਆ ਗੁਰਮੁਖ ਸਖੀ ਆਨੰਦ ਗਾਵੇ। ਆਸਾ ਮਹੱਲਾ ਪੰਜਵਾਂ ਆਦਿ। ਗੁਰਬਾਣੀ ਵਿਚਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ ਜੋ ਕੁੱਜੇ ਵਿੱਚ ਸਮਾਇਆ ਗਿਆਨ ਦਾ ਮਹਾਨ ਸਾਗਰ ਹੈ ਅਤੇ ਨਿਤਨੇਮ ਦੀ ਪ੍ਰਥਮ ਅਨੁਪਮ ਬਾਣੀ ਹੈ। ਸ੍ਰੀ ਜਪਜੀ ਸਾਹਿਬ ਦੀ 6ਵੀਂ ਪੌੜੀ ਵਿੱਚ ਆਨੰਦ ਸ਼ਬਦ ਵਰਤਿਆ ਰੋਜ਼ ਪੜ੍ਹਦੇ ਹਾਂ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਬਨੂਦ ਕੋਡ ਆਨੰਦ। ਗਿਆਨ ਖੰਡ ਦਾ ਭਾਵ ਹੈ ਕਿ ਮਨੁੱਖ ਦੀ ਗਿਆਨ ਅਵਸਥਾ ਵਿੱਚ ਗਿਆਨ ਹੀ ਬਲਵਾਨ ਹੁੰਦਾ ਹੈ। ਇਸ ਅਵਸਥਾ ਵਿੱਚ ਮਨ ਸਭ ਰਾਗਾਂ ਤਮਾਸ਼ਿਆਂ ਦੇ ਕੌਤਕਾਂ ਦਾ ਆਨੰਦ ਹੈ। ਭਾਵ ਉਸ ਅਵਸਥਾ ਵਿੱਚ ਸਦੀਵੀ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਜੁਗੋ ਜੁਗ ਅਟਲ ਗੁਰਿਆਈ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਸਤਿਗੁਰੂ ਦੇ ਮਿਲਾਪ ਦੀ ਬਿਹਬਲਤਾ ਦੱਸਦੇ ਹੋਏ ਗੁਰਦੇਵ ਜੀ ਫਰਮਾਨ ਕਰਦੇ ਹਨ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਮੇਰਾ ਸਤਿਗੁਰ ਪਿਆਰਾ ਕਿਤ ਬਿਧ ਮਿਲੈ, ਹਉ ਖਿਨ ਖਿਨ ਕਰੀ ਨਮਸਕਾਰ। ਮੇਰਾ ਗੁਰ ਪੂਰਾ ਕਿਉ ਮਿਲੇ ਰਹਾ। ਕਰ ਕਿਰਪਾ ਹਰ ਮੇਲਿਆ, ਮੇਰੇ ਸਤਿਗੁਰ ਪੂਰਾ। ਇਚ ਪੁਨੀ ਜਨ ਕੇਰੀਆ, ਲੈ ਸਤਿਗੁਰ ਧੂਰਾ। ਹਰ ਭਗਤ ਦ੍ਰਿੜਾਵੇ, ਹਰ ਭਗਤ ਸੁਣੇ, ਤਿਸ ਸਤਿਗੁਰ ਮਿਲੀਐ। ਇਚ ਪੁਨੀ ਜਨ ਲੈ ਸਤਿਗੁਰ ਧੂਰਾ। ਜਿਸ ਕੋ ਹਿਰਦੇ ਵਿਗਾਸ ਹੈ, ਭਾਉ ਦੂਜਾ ਨਾਹੀ। ਨਾਨਕ ਤਿਸ ਗੁਰ ਮਿਲ ਉਧਰੇ, ਹਰ ਗੁਣ ਗਾਵਹੀਂ। ਪੰਨਾ 168। ਧਿਆਨ ਰਹੇ ਕਿ ਜਿਵੇਂ ਸਵਾਦ, ਰਸ ਜਾਂ ਚਸਕੇ ਦੀ ਵਰਤੋਂ ਮਾਇਕ ਪਦਾਰਥਾਂ ਦੇ ਭੋਗਾਂ ਵਿੱਚ ਹੋਈ ਅਸੀਂ ਉੱਪਰ ਵੇਖ ਆਏ ਹਾਂ, ਉਸ ਪ੍ਰਕਾਰ ਆਨੰਦ ਸ਼ਬਦ ਦੀ ਵਰਤੋਂ ਦੀ ਉਦਾਹਰਨ ਦਾਸ ਨੂੰ ਗੁਰਬਾਣੀ ਵਿੱਚ ਕਿਤੇ ਨਹੀਂ ਮਿਲ ਸਕੀ। ਆਨੰਦ ਇੱਕ ਅਜਿਹੀ ਅਲੌਕਿਕ ਖੁਸ਼ੀ ਹੈ ਜੋ ਦੁੱਖ ਪਿੱਛੋਂ ਸੁੱਖ ਦੀ ਪ੍ਰਾਪਤੀ 'ਤੇ ਹੋਈ ਖੁਸ਼ੀ ਵਾਂਗ ਛੇਤੀ ਸਮਾਪਤ ਨਹੀਂ ਹੋ ਜਾਂਦੀ। ਆਨੰਦ ਰੂਹਾਨੀ ਖੇੜਾ ਹੈ ਅਤੇ ਇਹ ਅਵਸਥਾ ਪ੍ਰਾਪਤ ਹੋਣੀ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਚੰਗਾ ਸਵਾਦਿਸ਼ਟ ਭੋਜਨ ਛਕੀਏ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਭੋਜਨ ਛਕਣ ਦਾ ਅੱਜ ਬੜਾ ਆਨੰਦ ਆਇਆ ਹੈ। ਚੰਗੇ ਰਾਗੀ ਕੋਲੋਂ ਕੀਰਤਨ ਸੁਣੀਏ ਤਾਂ ਵੀ ਬੜਾ ਆਨੰਦ ਆਇਆ ਕਹਿ ਦਿੰਦੇ ਹਾਂ। ਇਸ ਤਰ੍ਹਾਂ ਚੰਗੀ ਕਥਾ ਕਹਾਣੀ ਸੁਣ ਕੇ ਵੀ ਆਨੰਦ ਸ਼ਬਦ ਵਰਤਿਆ ਜਾਣ ਦਾ ਰਿਵਾਜ਼ ਆਮ ਹੈ। ਪਰ ਆਨੰਦ ਦੀ ਇਸ ਮੁਹਾਰਨੀ ਨੂੰ ਸਤਿਗੁਰਾਂ ਨੇ ਠੀਕ ਨਹੀਂ ਮੰਨਿਆ। ਆਨੰਦ ਸਾਹਿਬ ਬਾਣੀ ਦੀ 7ਵੀਂ ਪੌੜੀ ਤੋਂ ਸਿੱਧ ਹੁੰਦਾ ਹੈ ਕਿ ਸਾਨੂੰ ਆਨੰਦ ਅਵਸਥਾ ਦਾ ਪਤਾ ਹੀ ਨਹੀਂ। ਪਾਵਨ ਪੌੜੀ ਇਸ ਪ੍ਰਕਾਰ ਹੈ। ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਪੰਨਾ 917। ਪਰ ਇਹ ਆਨੰਦ ਕਿਸ ਨੂੰ ਪ੍ਰਾਪਤ ਹੁੰਦਾ ਹੈ? ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸ ਨੂੰ। ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੇ ਦੈ ਦਿਸ਼। ਇੱਕ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ। ਕਹੇ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਪੰਨਾ 918। ਆਨੰਦ ਅਵਸਥਾ ਦੇ ਗੁਰਮਤਿ ਅਨੁਸਾਰ ਅਰਥ ਦ੍ਰਿੜ ਕਰਨ ਲਈ ਆਓ ਕੁਝ ਹੋਰ ਸ਼ਬਦਾਂ ਦੀ ਵਿਚਾਰ ਵਿੱਚ ਜੁੜੀਏ।
ਕਿਉਂਕਿ ਸਤਿਗੁਰਾਂ ਦਾ ਸ਼ਬਦ ਗਿਆਨ ਮਨ ਵਿੱਚ ਵਸ ਜਾਣ ਨਾਲ ਮਨੁੱਖ ਦਾ ਮਨ ਮਾਇਆ ਦੇ ਧੰਦਿਆਂ ਵਿੱਚ ਭਟਕਣ ਤੋਂ ਰਹਿ ਜਾਂਦਾ ਹੈ। ਪਰਮਾਤਮਾ ਦੇ ਰੂਪ ਸ਼ਬਦ ਗੁਰੂ ਨੂੰ ਮਿਲਿਆ ਮਨ ਵਿੱਚ ਬਦੀਆਂ ਦੀ ਥਾਂ ਚੰਗਿਆਈਆਂ ਆ ਵਸਦੀਆਂ ਹਨ, ਜਿਸ ਤੋਂ ਸਦੀਵੀ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਸ਼ਬਦ ਵਿਚਾਰ ਵਿੱਚ ਜੁੜ ਸਕਣ ਦੇ ਸਮੇਂ ਨੂੰ ਕਦੇ ਵੀ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਧੰਦਾ ਧਾਵਤ ਰਹਿ ਗਏ ਮਨ ਮੈਂ ਸ਼ਬਦ ਆਨੰਦ, ਦੁਰਜਨ ਤੇ ਸਾਜਨ ਪਏ ਭੇਟੇ ਗੁਰ ਗੋਬਿੰਦ। ਪੰਨਾ 934। ਬਹੁ ਮੈਲੇ ਨਿਰਮਲ ਹੋਇਆ ਸਭ ਕਿਲਵਿਖ ਹਰ ਜਸ ਜਾਲਾ, ਮਨ ਆਨੰਦ ਭਇਆ ਗੁਰ ਪਾਇਆ ਜਨ ਨਾਨਕ ਸ਼ਬਦ ਨਿਹਾਲਾ। ਪੰਨਾ 985। ਅਰਥ ਪਰਮਾਤਮਾ ਦਾ ਨਾਮ ਸਿਮਰਨ ਦੀ ਬਰਕਤ ਨਾਲ ਬੜੇ ਬੜੇ ਵਿਕਾਰੀ ਪਵਿੱਤਰ ਹੋ ਗਏ ਹਨ। ਹਰੀ ਜਸ ਨੇ ਉਹਨਾਂ ਦੇ ਸਾਰੇ ਪਾਪ ਸਾੜ ਦਿੱਤੇ ਹਨ। ਹੇ ਦਾਸ ਨਾਨਕ, ਮੇਰੇ ਸਤਿਗੁਰਾਂ ਦਾ ਸਪਸ਼ਟ ਸੰਕੇਤ ਜਿਸ ਮਨੁੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਿਲ ਪਏ, ਉਹਨਾਂ ਦੇ ਮਨ ਵਿੱਚ ਆਨੰਦ ਪੈਦਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਬਰਕਤ ਨਾਲ ਉਹ ਨਿਹਾਲ ਹੋ ਗਿਆ। ਪੌੜੀ। ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ, ਉਹ ਆਪ ਤਰਿਆ ਕੁਟੰਬ ਸਿਉ ਸਭ ਜਗਤ ਤਰਾਈ। ਉਨ ਹਰ ਨਾਮਾ ਧਨ ਸੰਚਿਆ ਸਭ ਤਿਖਾ ਬੁਝਾਈ, ਉਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ। ਉਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਈ, ਉਨ ਵੈਰੀ ਮਿੱਤਰ ਸਮ ਕੀਤਿਆਂ ਸਭ ਨਾਲ ਸੁਭਾਈ। ਹੋਵਾ ਉਹੀ ਅਲ ਜਗ ਮੈਂ ਗੁਰ ਗਿਆਨ ਜਪਾਈ, ਪੂਰਬ ਲਿਖਿਆ ਪਾਇਆ ਹਰ ਸਿਉ ਬਣ ਆਈ। ਪੰਨਾ 1100। ਪਰਮੇਸ਼ਰ ਕੈ ਦੁਆਰੇ ਜੇ ਹੋਏ ਬਤੀਤੈ, ਸੋ ਨਾਨਕ ਆਖ ਸੁਣਾਵੈ ਭਗਤ ਜਨਾਂ ਕੋ ਸਦਾ ਆਨੰਦ ਹੈ, ਕੀਰਤਨ ਗਾਏ ਬਿਗਸਾਵੈ। ਪੰਨਾ 373। ਅਰਥ ਹੈ ਭਾਈ, ਆਤਮਿਕ ਜੀਵਨ ਬਾਰੇ ਜਿਹੜਾ ਨਿਯਮ ਪਰਮਾਤਮਾ ਦੇ ਦਰ 'ਤੇ ਸਦਾ ਵਰਤਦਾ ਹੈ, ਨਾਨਕ ਉਹ ਨਿਯਮ ਤੁਹਾਨੂੰ ਖੋਲ੍ਹ ਕੇ ਸੁਣਾਉਂਦਾ ਹੈ ਕਿ ਭਗਤ ਜਨਾਂ ਦਾ ਨਿੰਦਕ ਤਾਂ ਨਿੰਦਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ, ਪਰ ਭਗਤ ਜਨਾਂ ਨੂੰ ਭਗਤੀ ਦਾ ਸਦਕਾ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ। ਪਰਮਾਤਮਾ ਦਾ ਭਗਤ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾ ਗਾ ਕੇ ਖੁਸ਼ ਰਹਿੰਦਾ ਹੈ। ਕਬੀਰ ਜਾਂ ਦਿਨ ਹਉ ਮੁਆ ਪਾਛੇ ਭਇਆ ਆਨੰਦ, ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ। ਪੰਨਾ 1364। ਅਰਥ ਹੈ ਕਬੀਰ, ਪ੍ਰਭੂ ਦੇ ਗੁਣ ਚੇਤੇ ਕਰਕੇ ਜਦੋਂ ਮੇਰਾ ਮੈਂ ਕਰਨ ਵਾਲਾ ਸੁਭਾਅ ਮੁੱਕ ਗਿਆ, ਤਦੋਂ ਮੇਰੇ ਅੰਦਰ ਸੁੱਖ ਬਣ ਗਿਆ। ਮੇਰਾ ਸੁੱਖ ਹੀ ਨਾ ਬਣਿਆ, ਮੈਨੂੰ ਮੇਰਾ ਪਿਆਰਾ ਰੱਬ ਮਿਲ ਪਿਆ। ਤੇ ਹੁਣ ਮੇਰੇ ਸਾਥੀ ਗਿਆਨ ਇੰਦਰੇ ਵੀ ਪਰਮਾਤਮਾ ਨੂੰ ਹੀ ਯਾਦ ਕਰਦੇ ਹਨ। ਗਿਆਨ ਇੰਦਰਿਆਂ ਦੀ ਰੁਚੀ ਰੱਬ ਵਾਲੇ ਪਾਸੇ ਹੋ ਗਈ ਹੈ। ਚਿੰਤਾ ਧਾਵਤ ਰਹਿ ਗਏ ਤਾਂ ਮਨ ਭਇਆ ਆਨੰਦ, ਗੁਰ ਪ੍ਰਸਾਦੀ ਬੁਝੀਏ ਸਾ ਧਨ ਸੁਤੀ ਨਿਚਿੰਦ। ਜਿਨ ਕੋ ਪੂਰਬ ਲਿਖਿਆ ਤਿਨਾ ਭੇਟਿਆ ਗੁਰ ਗੋਬਿੰਦ, ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰਦ। ਪੰਨਾ 1415। ਸਿਰਜਣਹਾਰ ਅਕਾਲ ਪੁਰਖ ਹੀ ਪਰਮ ਆਨੰਦ ਹੈ। ਪਰਮਾਤਮਾ ਹੀ ਆਨੰਦ ਦਾ ਸੋਮਾ, ਆਨੰਦ ਦਾ ਮੂਲ ਹੈ। ਆਨੰਦ ਮੂਲ ਅਨਾਥ ਆਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ। ਭਗਤ ਵਸ਼ਲ ਪੈ ਕਾਟਣ ਹਾਰੇ, ਹਉਮੈ ਮਾਰ ਮਿਲੇ ਪੱਗ ਧਾਰੇ। ਪੰਨਾ 685। ਸਾਰੇ ਸਰੀਰ ਸਰੋਵਰਾਂ ਵਿੱਚ ਵਿਆਪਕ ਪਰਮਾਤਮਾ ਨੂੰ ਸਤਿਗੁਰਾਂ ਨੇ ਆਨੰਦ ਰੂਪ ਵੀ ਕਿਹਾ ਹੈ, ਪਰ ਇਸ ਦੀ ਪਛਾਣ ਸਤਿਗੁਰਾਂ ਨੂੰ ਮਿਲਿਆ ਹੀ ਆਉਂਦੀ ਹੈ। ਗਿਆਨ ਧਿਆਨ ਨਰ ਹਰ ਨਿਰਬਾਣੀ, ਬਿਨ ਸਤਿਗੁਰ ਭੇਟੇ ਕੋਏ ਨਾ ਜਾਣੀ। ਸਗਲ ਸਰੋਵਰ ਜੋਤ ਸਮਾਣੀ, ਆਨੰਦ ਰੂਪ ਵਿਟੋ ਕੁਰਬਾਣੀ। ਪੰਨਾ 1342। ਅਰਥ ਪਰਮਾਤਮਾ ਦੀ ਜੋਤ ਸਾਰੇ ਹੀ ਸਰੀਰਾਂ ਵਿੱਚ ਵਿਆਪਕ ਹੈ, ਫਿਰ ਵੀ ਉਸ ਵਾਸਨਾ ਰਹਿਤ ਪ੍ਰਭੂ ਨਾਲ ਡੂੰਘੀ ਸਾਂਝ ਤੇ ਉਸ ਦੇ ਚਰਨਾਂ ਵਿੱਚ ਜੁੜਨਾ ਸਤਿਗੁਰੂ ਨੂੰ ਮਿਲਣ ਤੋਂ ਬਿਨਾਂ ਕੋਈ ਮਨੁੱਖ ਨਹੀਂ ਸਮਝ ਸਕਦਾ। ਮੈਂ ਉਸ ਆਨੰਦ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ। ਉੱਪਰ ਲਿਖੇ ਮਹਾਨ ਕੋਸ਼ ਵਿਚਲੇ ਅਰਥਾਂ ਵਿੱਚ ਗੁਰਬਾਣੀ ਦੀ ਜਿਸ ਪੰਕਤੀ ਦਾ ਜ਼ਿਕਰ ਹੈ, ਉਸ ਦੀ ਪੂਰੀ ਤੁਕ ਅਤੇ ਵਿਚਾਰ ਇਸ ਪ੍ਰਕਾਰ ਹੈ। ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾ ਆਨੰਦ ਥੀਆ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਪੰਨਾ 396। ਅਰਥ ਜਿਵੇਂ ਜਿਸ ਘਰ ਵਿੱਚ ਪਰਮਾਤਮਾ ਦੇ ਹੁਕਮ ਅਨੁਸਾਰ
ਦਸੀ ਮਹੀਨੀ ਪੁੱਤਰ ਜੰਮਦਾ ਹੈ ਤਾਂ ਉਸ ਘਰ ਵਿੱਚੋਂ ਗਮ ਮਿਟ ਜਾਂਦਾ ਹੈ ਤੇ ਬੜਾ ਉਤਸ਼ਾਹ ਹੁੰਦਾ ਹੈ। ਤੇਵੇਂ ਜਿਹੜੀ ਸਤ ਸੰਗਣ ਸਹੇਲੀ ਗੁਰੂ ਦੀ ਸਿਫਤ ਸਲਾਹ ਦੀ ਬਾਣੀ ਗਾਉਂਦੀ ਹੈ, ਉਹ ਆਤਮਿਕ ਆਨੰਦ ਮਾਣਦੀ ਹੈ ਤੇ ਉਹ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੇ ਮਨ ਵਿੱਚ ਪਿਆਰੀ ਲੱਗਦੀ ਹੈ। ਆਨੰਦ ਵਿਨੋਦੀ ਖਸਮ ਹਮਾਰਾ, ਵਿਨੋਦ ਖੇਲ ਤਮਾਸ਼ਾ। ਆਨੰਦ ਵਿਨੋਦੀ ਸਾਰੇ ਆਨੰਦਾਂ ਦਾ, ਸਾਰੇ ਚੋਜ ਤਮਾਸ਼ਿਆਂ ਦਾ ਮਾਲਕ ਪਰਮਾਤਮਾ। ਦੁਖ ਕਨੋ ਜਬ ਹੋਤੇ ਦੂਰ, ਅਬ ਮਸਲਤ ਮੋਹਿ ਮਿਲੀ ਹਦੂਰ। ਚੂਕਾ ਨਿਹੋਰਾ ਸਖੀ ਸਹੇਰੀ, ਭਰਮ ਗਿਆ ਗੁਰ ਪਿਰ ਸੰਗ ਮੇਰੀ ਰਹਾ। ਨਿਕਟ ਆਨ ਪ੍ਰੇ ਸੇਜ ਧਰੀ, ਕਾਣ ਕੱਢਣ ਤੇ ਛੂਟ ਭਰੀ। ਮੰਦਰ ਮੇਰੇ ਸ਼ਬਦ ਉਜਾਰਾ, ਆਨੰਦ ਵਿਨੋਦੀ ਖਸਮ ਹਮਾਰਾ। ਮਸਤਕ ਭਾਗ ਮੈਂ ਪਿਰ ਕਰ ਆਇਆ, ਥਿਰ ਸੁਹਾਗ ਨਾਨਕ ਜਨ ਪਾਇਆ। ਪੰਨਾ 384। ਮਨ ਬਚ ਕ੍ਰਮ ਆਰਾਧੇ, ਹਰ ਹਰ ਸਾਧ ਸੰਗ ਸੁਖ ਪਾਇਆ। ਆਨੰਦ ਵਿਨੋਦ ਅਕਥ ਕਥਾ ਰਸ, ਸਾਚੇ ਸਹਿਜ ਸਮਾਇਆ। ਪੰਨਾ 1220। ਅਰਥੇ ਭਾਈ, ਪ੍ਰਭੂ ਦੀ ਸ਼ਰਨ ਆਉਣ ਵਾਲਾ ਮਨੁੱਖ ਆਪਣੇ ਮਨ ਦੀ ਰਾਹੀਂ, ਬਚਨ ਦੀ ਰਾਹੀਂ, ਕੰਮ ਦੀ ਰਾਹੀਂ ਪਰਮਾਤਮਾ ਦਾ ਹੀ ਆਰਾਧਨ ਕਰਦਾ ਹੈ। ਉਹ ਗੁਰੂ ਦੀ ਸੰਗਤ ਵਿੱਚ ਟਿਕ ਕੇ ਆਤਮਿਕ ਆਨੰਦ ਮਾਣਦਾ ਹੈ। ਉਸ ਦੇ ਹਿਰਦੇ ਵਿੱਚ ਆਤਮਿਕ ਆਨੰਦ ਤੇ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ। ਉਹ ਅਕਥ ਪ੍ਰਭੂ ਦੀ ਸਿਫਤ ਸਲਾਹ ਦਾ ਸਵਾਦ ਮਾਣਦਾ ਰਹਿੰਦਾ ਹੈ। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਅਤੇ ਆਤਮਿਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ। 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਆਨੰਦ ਵਿਨੋਦ ਹਰ ਨਾਮ ਸੁਖ ਨਾਨਕ, ਅੰਮ੍ਰਿਤ ਰਸ ਹਰ ਪੰਚਨਾ। ਪੰਨਾ 1081। ਭਾਗ 11ਵਾਂ। ਆਨੰਦ ਭਇਆ ਮੇਰੀ ਮਾਏ। ਜਿਨ ਹਰ ਧਿਆਇਆ ਸਭ ਕਿਛ ਤਿਸਕਾ, ਤਿਸਕੀ ਭੂਖ ਗਵਾਈ। ਐਸਾ ਧਨ ਦੀਆ ਸੁਖ ਦਾਤੇ, ਨਿਖੁੱਟ ਨ ਕਬ ਹੀ ਜਾਈ। ਆਨੰਦ ਭਇਆ ਸੁਖ ਸਹਿਜ ਸਮਾਣੇ, ਸਤਿਗੁਰ ਮੇਲ ਮਿਲਾਈ। ਪੰਨਾ 608। ਅਰਥੇ ਭਾਈ, ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ, ਜਗਤ ਦੀ ਹਰੇਕ ਚੀਜ਼ ਹੀ ਉਸ ਦੀ ਬਣ ਜਾਂਦੀ ਹੈ। ਪਰਮਾਤਮਾ ਉਸ ਦੇ ਅੰਦਰੋਂ ਮਾਇਆ ਦੀ ਭੁੱਖ ਦੂਰ ਕਰ ਦਿੰਦਾ ਹੈ। ਸੁਖ ਦਾਤੇ ਪ੍ਰਭੂ ਨੇ ਉਸ ਨੂੰ ਅਜਿਹਾ ਨਾਮ ਧਨ ਦੇ ਦਿੱਤਾ ਹੈ ਜੋ ਉਸ ਪਾਸੋਂ ਕਦੇ ਵੀ ਨਹੀਂ ਮੁੱਕਦਾ। ਗੁਰੂ ਨੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਜਦੋਂ ਮਿਲਾ ਦਿੱਤਾ ਤਾਂ ਆਤਮਿਕ ਅਡੋਲਤਾ ਦੇ ਕਾਰਨ ਉਸ ਦੇ ਅੰਦਰ ਆਨੰਦ ਤੇ ਸਾਰੇ ਸੁੱਖ ਆ ਵਸਦੇ ਹਨ। ਔਖਦ ਖਾਇਓ ਹਰ ਕੋ ਨਾਉ, ਸੁਖ ਪਾਏ ਦੁਖ ਬਿਨਸਿਆ ਥਾਉ। ਤਾਪ ਗਿਆ ਬਚਨ ਗੁਰ ਪੂਰੇ, ਆਨੰਦ ਭਇਆ ਸਭ ਮਿਟੇ ਵਸੂਰੇ ਰਹਾਉ। ਜੀ ਜੰਤ ਸਗਲ ਸੁਖ ਪਾਇਆ, ਪਾਰ ਬ੍ਰਹਮ ਨਾਨਕ ਮਨ ਧਿਆਇਆ। ਪੰਨਾ 378। ਨਾਮ ਔਖਦ ਮੋਖੋ ਸਾਧੂ ਦੀਆ, ਕਿਲ ਬਿਖ ਕਾਟੇ ਨਿਰਮਲ ਥੀਆ। ਆਨੰਦ ਭਇਆ ਨਿਕਸੀ ਸਭ ਪੀਰਾ, ਸਗਲ ਬਿਨਾਸੇ ਦਰਦਾ ਜੀਓ। ਪੰਨਾ 101। ਅਰਥ, ਪਰਮਾਤਮਾ ਦਾ ਨਾਮ ਦਾਰੂ ਹੈ। ਜਦੋਂ ਮੈਨੂੰ ਗੁਰੂ ਨੇ ਦਿੱਤਾ, ਇਸ ਦੀ ਬਰਕਤ ਨਾਲ ਸਾਰੇ ਪਾਪ ਕੱਟੇ ਗਏ ਤੇ ਮੈਂ ਪਵਿੱਤਰ ਹੋ ਗਿਆ। ਮੇਰੇ ਅੰਦਰ ਆਤਮਿਕ ਸੁੱਖ ਪੈਦਾ ਹੋ ਗਿਆ। ਮੇਰੇ ਅੰਦਰੋਂ ਸਾਰੀ ਪੀੜਾ ਨਿਕਲ ਗਈ। ਮੇਰੇ ਸਾਰੇ ਦੁੱਖ ਦਰਦ ਦੂਰ ਹੋ ਗਏ। ਤਪਤ ਬੁਝੀ ਸੀਤਲ ਆਗਾਨੇ, ਸੁਖ ਅਨਹਦ ਬਿਸਮ ਭਏ ਬਿਸਮਾਦ। ਆਨੰਦ ਭਇਆ ਨਾਨਕ ਮਨ ਸਾਚਾ, ਪੂਰਨ ਪੂਰੇ ਨਾਦ। ਪੰਨਾ 1218। ਆਨੰਦ ਸੁਣੋ ਬਿਡਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵੇਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਹਿ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 8ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 9ਵੇਂ ਕਾਂਡ ਦਾ 8ਵੇਂ ਤੋਂ 11ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।